गुड मॉर्निंग स्टूडेंट्स। मैं सरनजीत कौर गवर्नमेंट सीनियर ਸੈਕੰਡਰੀ ਸਕੂਲ ਹਰਪੁਰਾ ਧੰਦੋਈ ਤੋਂ ਪੜੋ ਪੰਜਾਬ ਪੜਾਓ ਪੰਜਾਬ ਦੀ ਟੀਮ ਵੱਲੋਂ ਤੁਹਾਡੇ ਨਾਲ 178 ਅਸਾਈਨਮੈਂਟ ਅਸੀਂ ਨੈਕਸਟ ਜਿਹੜੀ ਹੈਗੀ ਆ ਆਫ ਆਵਰ ਚੈਪਟਰ ਟ੍ਰਿਗੋਨੋਮੈਟਰੀ ਡਿਸਕਸ ਕਰਨ ਜਾ ਰਹੇ ਹਾਂ। ਤੇ ਅੱਜ ਅਸੀਂ ਜਿਹੜਾ ਕੰਮ ਕਰਨਾ ਹੈਗਾ ਕੀ ਸਮਝਣਾ ਸੀ, ਅੱਜ ਅਸੀਂ ਸਮਝਣਾ ਹੈਗਾ ਬੱਚਿਓ ਟ੍ਰਿਗੋਨੋਮੈਟ੍ਰਿਕ ਆਈਡੈਂਟੀਟੀਜ਼। ਠੀਕ ਹੈ, ਟ੍ਰਿਗਨੋਮੈਟ੍ਰਿਕ ਆਈਡੈਂਟੀਟੀਜ਼ ਕੀ ਹੈਗੀਆਂ ਬੱਚੇ? ਉਹ ਸਮੀਕਰਨ ਹੈਗੇ ਆ ਐਨ ਇਕੁਏਸ਼ਨ ਜਿਹਦੇ ਵਿੱਚ ਕੀ ਹੋਣਗੇ? ਟ੍ਰਿਗਨੋਮੈਟ੍ਰਿਕ ਰੇਸ਼ੀਓਜ਼ ਹੋਣਗੇ। ਅਸੀਂ ਕੀਤਾ ਨਾ ਸਾਈਨ ਕਾਸ ਟੈਨ ਕੋਸੀਕੈਂਟ ਸੀਕੈਂਟ, ਉਸ ਇਕੁਏਸ਼ਨ ਦੇ ਵਿੱਚ ਟ੍ਰਿਗਨੋਮੈਟ੍ਰਿਕ ਰੇਸ਼ੀਓਜ਼ ਹੋਣਗੇ। ਠੀਕ ਹੈ, ਕਿਸੇ ਐਂਗਲ ਦੇ, ਤੇ ਉਹਨੂੰ ਟ੍ਰਿਗਨੋਮੈਟ੍ਰਿਕ ਆਈਡੈਂਟੀਟੀ ਕਿਉਂ ਕਹਿਣਗੇ? ਇਫ ਇਟ ਇਜ਼ ਟਰੂ ਫॉर ਆਲ ਵੈਲਿਊਜ਼ ਆਫ ਐਂਗਲਸ ਇਨਵੋਲਵਡ। ਹੁਣ ਮੰਨ ਲਓ ਸਾਡੇ ਕੋਲ ਕੋਈ ਇਕੁਏਸ਼ਨ ਹੈਗੀ ਟ੍ਰਿਗਨੋਮੈਟਰੀ ਦੀ, ਠੀਕ ਹੈ, ਇਕੁਏਸ਼ਨ ਜਿਹਦੇ ਵਿੱਚ ਟ੍ਰਿਗਨੋਮੈਟਰੀ ਦੇ ਰੇਸ਼ੀਓਜ਼ ਹੋਣਗੇ। ਮੰਨ ਲਓ ਵੀ ਹੈਵ ਸਾਈਨ ਐਕਸ ਪਲਸ ਕੌਸ ਐਕਸ ਬਰਾਬਰ 5। ਠੀਕ ਹੈ, ਇਹ ਇੱਕ ਸਮੀਕਰਨ ਹੈ ਕਿਉਂਕਿ ਇੱਥੇ ਇਕੁਐਲਿਟੀ ਦਿੱਤੀ ਹੋਈ ਹੈ। ਇਹਦੇ ਵਿੱਚ ਟ੍ਰਿਗਨੋਮੈਟ੍ਰਿਕ ਰੇਸ਼ੀਓਜ਼ ਅਸੀਂ ਵਰਤੇ ਹੈਗੇ, ਇਸ ਕਰਕੇ ਟ੍ਰਿਗਨੋਮੈਟ੍ਰਿਕ ਰੇਸ਼ੀਓਜ਼ ਵਾਲੀ ਇਕੁਏਸ਼ਨ ਹੋ ਗਈ। ਹੁਣ ਇਹ ਇੱਕ ਟ੍ਰਿਗਨੋਮੈਟ੍ਰਿਕ ਆਈਡੈਂਟੀਟੀ ਹੋਏਗੀ ਕਿ ਨਹੀਂ ਹੋਏਗੀ? ਠੀਕ ਹੈ ਜੀ, ਇਹ ਉਦੋਂ ਹੀ ਹੋਏਗੀ ਜਦੋਂ ਇਹਦੇ ਸਾਰੇ ਐਂਗਲਸ ਲਈ ਜਿਹੜੀਆਂ ਵੈਲਿਊਜ਼ ਹੈਗੀਆਂ ਆ, ਇਟ ਇਜ਼ ਟਰੂ ਫॉर ਆਲ ਵੈਲਿਊਜ਼ ਆਫ ਦ ਐਂਗਲ। ਇਹਦੇ ਹੁਣ ਐਂਗਲ ਕਿਹੜੇ ਨੇ? ਇਹਦੇ ਐਂਗਲ ਹੈਗੇ ਨੇ ਐਕਸ ਤੇ ਐਕਸ। ਤੇ ਜੇ ਇਸ ਐਕਸ ਲਈ ਮੇਰੀ ਆਹ ਸਮੀਕਰਨ ਨੂੰ ਜਦੋਂ ਮੈਂ ਇਹਦੇ ਵਿੱਚ ਐਕਸ ਦੀ ਵੈਲਿਊ ਪੁੱਟ ਕਰੂੰਗੀ, ਜੇ ਮੇਰਾ LHS ਮੇਰੇ RHS ਦੇ ਬਰਾਬਰ ਆ ਜੇ ਤੇ ਉਹ ਕੀ ਹੋਏਗੀ? ਫਿਰ ਇਹ ਮੇਰੀ ਕੀ ਹੋਏਗੀ? ਟ੍ਰਿਗਨੋਮੈਟ੍ਰਿਕ ਆਈਡੈਂਟੀਟੀ। ਪਰ ਇਹ ਮੇਰੀ ਟ੍ਰਿਗਨੋਮੈਟ੍ਰਿਕ ਆਈਡੈਂਟੀਟੀ ਨਹੀਂ ਹੈਗੀ ਕਿਉਂਕਿ ਐਕਸ ਦੀਆਂ ਸਾਰੀਆਂ ਵੈਲਿਊਜ਼ ਲਈ ਜੇ ਮੈਂ ਐਕਸ ਦਾ ਕੋਈ ਵੀ ਕੋਣ ਪਾ ਦਿੰਦੀ, ਜੇ ਮੈਂ ਐਕਸ ਦਾ 30 ਕੋਣ ਪਾਉਂਦੀ, ਮੰਨ ਲਓ ਮੈਂ ਐਕਸ ਦਾ 30 ਕੋਣ ਪਾਇਆ, ਠੀਕ ਹੈ ਜੀ, 30 ਡਿਗਰੀ ਜੋੜ ਕੌਸ ਦਾ 30 ਡਿਗਰੀ। ਠੀਕ ਹੈ, ਕੀ ਇਹਦੀ ਵੈਲਿਊ ਮੇਰੀ 5 ਦੇ ਬਰਾਬਰ ਆ ਰਹੀ ਹੈ? ਇਹ ਮੈਂ ਚੈੱਕ ਕਰਨਾ ਆ, ਇਹ ਨਹੀਂ ਆਉਂਦੀ। ਤੇ 30 ਦੀ ਜਗ੍ਹਾ ਮੈਂ ਜਿਹੜਾ ਮਰਜ਼ੀ ਐਂਗਲ ਪਾਉਂਗੀ, ਮੰਨ ਲਓ ਮੈਂ ਇਹਦੀ ਜਗ੍ਹਾ 'ਤੇ ਆਪਣਾ ਐਂਗਲ 40 ਡਿਗਰੀ ਪਾ ਰਹੀ ਹਾਂ, ਠੀਕ ਹੈ, ਤੇ ਫਿਰ ਵੀ ਕੀ ਮੇਰੀ ਵੈਲਿਊ 5 ਦੇ ਬਰਾਬਰ ਆ ਰਹੀ ਹੈ? ਨਹੀਂ ਆ ਰਹੀ। ਠੀਕ ਹੈ, ਜਦੋਂ ਹਰ ਵਾਰੀ ਜਦੋਂ ਮੈਂ ਐਂਗਲ ਬਦਲ ਰਹੀ ਹਾਂ ਤੇ ਮੇਰਾ ਲੈਫਟ ਹੈਂਡ ਸਾਈਡ ਮੇਰੇ ਰਾਈਟ ਹੈਂਡ ਸਾਈਡ ਦੇ ਬਰਾਬਰ ਆਏਗਾ, ਉਹ ਹੋਏਗੀ ਟ੍ਰਿਗਨੋਮੈਟ੍ਰਿਕ ਆਈਡੈਂਟੀਟੀ। ਠੀਕ ਹੈ, ਹਰ ਇੱਕ ਇਕੁਏਸ਼ਨ ਜਿਹੜੀ ਹੈਗੀ ਹੈ ਟ੍ਰਿਗਨੋਮੈਟ੍ਰਿਕ ਆਈਡੈਂਟੀਟੀ ਨਹੀਂ ਹੋਏਗੀ। ਕੁਝ ਪਰਟੀਕੂਲਰ ਇਕੁਏਸ਼ਨਸ ਹੈਗੀਆਂ ਆ ਜਿਹੜੀਆਂ ਆਪਾਂ ਟ੍ਰਿਗਨੋਮੈਟ੍ਰਿਕ ਆਈਡੈਂਟੀਟੀ ਵਿੱਚ ਕਾਊਂਟ ਕਰਦੇ ਆ। ਉਹ ਕਿਹੜੀਆਂ ਨੇ? ਪਹਿਲੀ ਇਕੁਏਸ਼ਨ ਹੈਗੀ ਬੱਚਿਓ, ਇਹ ਮੈਨੂੰ ਲੱਗਦਾ ਸ਼ਾਇਦ ਅਸੀਂ ਕਰ ਚੁੱਕੇ ਹਾਂ, ਸਾਈਨ ਸਕੁਏਅਰ ਥੀਟਾ ਪਲਸ ਕੋਸ ਸਕੁਏਅਰ ਥੀਟਾ ਇਜ਼ ਇਕੁਅਲ ਟੂ 1। ਹੁਣ ਜਿੱਥੇ ਮੈਂ ਐਕਸ ਲਿਖਿਆ ਸੀਗਾ ਨਾ, ਉੱਥੇ ਬਸ ਇਹਨਾਂ ਨੇ ਕੀ ਕੀਤਾ ਹੈਗਾ? ਥੀਟਾ ਲਿਖਿਆ ਹੈ, ਕਿਉਂਕਿ ਆਪਾਂ ਐਂਗਲ ਨੂੰ ਥੀਟਾ ਲਿਖਦੇ ਆ। ਸੋ ਬੈਟਰ ਹੈ ਕਿ ਮੈਨੂੰ ਹੀ ਵੈਸੇ ਪਹਿਲਾਂ ਥੀਟਾ ਹੀ ਲਿਖਣਾ ਚਾਹੀਦਾ ਸੀਗਾ, ਪਰ ਚਲੋ ਕੋਈ ਗੱਲ ਨਹੀਂ, ਇਟਸ ਅ ਵੇਰੀਏਬਲ। ਠੀਕ ਹੈ, ਪਹਿਲੀ ਇਕੁਏਸ਼ਨ ਹੈਗੀ ਆ ਸਾਈਨ ਸਕੁਏਅਰ ਥੀਟਾ ਪਲਸ ਕੋਸ ਸਕੁਏਅਰ ਥੀਟਾ, ਇਹਦੀ ਵੈਲਿਊ ਹੈਗੀ ਆ 1 ਦੇ ਬਰਾਬਰ। ਅਤੇ ਜਿਹੜਾ ਥੀਟਾ ਹੈਗਾ, ਜਿਹੜਾ ਐਂਗਲ ਅਸੀਂ ਲੈਣਾ ਆ, ਜਿਹੜੇ ਐਂਗਲ ਦੀ ਅਸੀਂ ਵੈਲਿਊਜ਼ ਪੁੱਟ ਕਰਨੀ ਆ, ਉਹ ਕੀ ਹੈਗੀ ਆ? 90 ਤੋਂ ਘੱਟ ਹੈਗਾ ਤੇ 0 ਤੋਂ ਵੱਧ ਹੋਏਗਾ। ਦੂਜੀ ਆਈਡੈਂਟੀਟੀ ਹੈਗੀ ਆ ਸੀਕੈਂਟ ਸਕੁਏਅਰ ਥੀਟਾ ਮਾਈਨਸ, ਇੱਥੇ ਧਿਆਨ ਦੇਣਾ, ਇੱਥੇ ਪਲੱਸ ਆ, ਇੱਥੇ ਮਾਈਨਸ ਹੋਏਗਾ। ਠੀਕ ਹੈ, ਮਾਈਨਸ ਆਫ ਟੈਨ ਸਕੁਏਅਰ ਥੀਟਾ ਬਰਾਬਰ ਕੀ ਹੋਏਗਾ? 1 ਦੇ। ਤੀਜੀ ਇਕੁਏਸ਼ਨ ਹੋਏਗੀ ਕੋਸੀਕੈਂਟ ਸਕੁਏਅਰ ਥੀਟਾ ਮਾਈਨਸ ਆਫ ਕੋਟ ਸਕੁਏਅਰ ਥੀਟਾ ਬਰਾਬਰ 1। ਤੁਸੀਂ ਚੇਤਾ ਰੱਖਿਓ ਕਿ ਪਹਿਲੀ ਇਕੁਏਸ਼ਨ ਵਿੱਚ ਬਸ ਇਹਨਾਂ ਨੇ ਪਲੱਸ ਪਾਇਆ ਆ, ਦੂਜੀਆਂ ਦੋਵਾਂ ਵਿੱਚ ਕੀ ਹੋਏਗਾ ਬੱਚਿਓ? ਮਾਈਨਸ ਹੋਏਗਾ। ਹੁਣ ਆਹ ਜਿਹੜੀਆਂ ਇਕੁਏਸ਼ਨਸ ਹੈਗੀਆਂ, ਇਹਨਾਂ ਤੋਂ ਅੱਗੇ ਅਸੀਂ ਬਹੁਤ ਫਰਦਰ ਇਕੁਏਸ਼ਨਸ ਬਣਾ ਸਕਦੇ ਹਾਂ। ਜਿੱਦਾਂ ਹੁਣ ਮੈਂ ਤੁਹਾਨੂੰ ਬਣਾ ਕੇ ਦਿਖਾਉਂਦੀ ਹਾਂ, ਤੁਸੀਂ ਪਹਿਲੀ ਇਕੁਏਸ਼ਨ ਲੈ ਲਓ। ਪਹਿਲੀ ਇਕੁਏਸ਼ਨ ਤੋਂ ਮੈਂ ਬਣਾ ਸਕਦੀ ਹਾਂ, ਜੇ ਮੈਂ ਲਿਖਣੀ ਹੋਵੇ ਸਾਈਨ ਸਕੁਏਅਰ ਥੀਟਾ ਦੀ ਵੈਲਿਊ, ਉਹ ਮੈਂ ਕੀ ਲਿਖ ਸਕਦੀ ਹਾਂ? 1 ਜਿਹੜਾ ਕੋਸ ਸਕੁਏਅਰ ਥੀਟਾ ਹੈਗਾ, ਇਹਨੂੰ ਬਰਾਬਰ ਤੇ ਦੂਜੇ ਪਾਸੇ ਭੇਜ ਦੇਣੀ, ਇਹ ਮੇਰਾ ਕੀ ਬਣ ਗਿਆ? 1 ਮਾਈਨਸ ਕੋਸ ਸਕੁਏਅਰ ਥੀਟਾ। ਠੀਕ ਹੈ, ਨਾਲ ਹੀ ਕੀ ਹੈਗਾ ਆ? ਸਾਈਨ ਥੀਟਾ ਦੀ ਵੈਲਿਊ ਕੀ ਹੋਗੀ? ਜਿਹੜਾ ਸਕੁਏਅਰ ਹੈਗਾ ਹੈ ਉਹ ਮੇਰਾ ਕੀ ਬਣ ਗਿਆ ਬੱਚਿਓ? ਸਕੁਏਅਰ ਰੂਟ ਬਣ ਗਿਆ ਦੂਜੇ ਪਾਸੇ, ਤੇ ਦੂਜੀ ਮੇਰੀ ਵੈਲਿਊ ਆ ਵੀ ਆ ਸਕਦੀ ਆ। ਠੀਕ ਹੈ, ਇਸੇ ਤਰ੍ਹਾਂ ਮੈਂ ਕੋਸ ਦੀਆਂ ਵੀ ਕੱਢ ਸਕਦੀ ਆ। ਮੈਂ ਇੱਥੇ ਲਿਖਦੀ ਹਾਂ ਕੋਸ ਸਕੁਏਅਰ ਥੀਟਾ ਦੀ ਵੈਲਿਊ ਮੇਰੀ ਕੀ ਆ ਰਹੀ ਹੈ? 1 ਮਾਈਨਸ ਆਫ ਆ ਜਿਹੜਾ ਹੁਣ ਸਾਈਨ ਸਕੁਏਅਰ ਥੀਟਾ ਹੈਗਾ, ਇਹਨੂੰ ਮੈਂ ਬਰਾਬਰ ਦੇ ਦੂਜੇ ਪਾਸੇ ਭੇਜਣਾ, ਇਹ ਮੇਰਾ ਬਣ ਗਿਆ 1 ਮਾਈਨਸ ਸਾਈਨ ਸਕੁਏਅਰ ਥੀਟਾ। ਠੀਕ ਹੈ, ਤੇ ਇੱਥੋਂ ਮੈਂ ਕੋਸ ਦੀ ਵੈਲਿਊ ਵੀ ਕੱਢ ਸਕਦੀ। ਕੋਸ ਥੀਟਾ ਦੀ ਵੈਲਿਊ ਕੀ ਆ ਗਈ? ਸਕੁਏਅਰ ਦਾ ਦੂਜੇ ਪਾਸੇ ਜਾ ਕੇ ਕੀ ਬਣ ਗਿਆ? ਸਕੁਏਅਰ ਰੂਟ, ਉਹ ਆ ਗਿਆ 1 ਮਾਈਨਸ ਸਾਈਨ ਸਕੁਏਅਰ ਥੀਟਾ। ਠੀਕ ਹੈ ਜੀ, ਦੇਖੋ ਪਹਿਲੀ ਇਕੁਏਸ਼ਨ 'ਚੋਂ ਮੈਂ 4 ਨਿਕਾਲੀਆਂ ਆ, ਪਹਿਲੀ, ਦੂਜੀ, ਤੀਜੀ ਤੇ ਚੌਥੀ। ਠੀਕ ਹੈ, ਇੱਕ ਇਕੁਏਸ਼ਨ ਤੋਂ ਅੱਗੇ 4 ਇਕੁਏਸ਼ਨਸ ਬਣ ਗਈਆਂ, ਬਸ ਕੁਛ ਨਹੀਂ ਕੀਤਾ, ਤੁਸੀਂ ਅਦਲਾ ਬਦਲੀ ਕੀਤੀ ਹੈਗੀ ਆ ਰਕਮਾਂ ਦੀ। ਠੀਕ ਹੈ, ਉਸੇ ਤਰ੍ਹਾਂ ਤੁਸੀਂ ਦੂਜੀ ਤੇ ਤੀਜੀ ਇਕੁਏਸ਼ਨ ਵੀ ਕਰ ਸਕਦੇ ਹੋ। ਠੀਕ ਹੈ, ਇੱਕ ਵਾਰੀ ਮੈਂ ਕਰ ਹੀ ਦਿੰਦੀ, ਜਰਾ ਫਟਾਫਟ ਦੇਖੀਏ ਜਰਾ। ਸੀਕੈਂਟ ਸਕੁਏਅਰ ਥੀਟਾ ਦੀ ਵੈਲਿਊ,
ਸੀਕੈਂਟ ਸਕੁਏਅਰ ਥੀਟਾ ਦੀ ਵੈਲਿਊ ਕੀ ਆएगी 1 tan ਸਕੁਏਅਰ ਥੀਟਾ ਦੂਜੇ ਪਾਸੇ ਗਿਆ ਇਹ ਮਾਈਨਸ ਸੀਗਾ ਇਹ ਕੀ ਬਣ ਗਿਆ 1 प्लस tan ਸਕੁਏਅਰ ਥੀਟਾ ਤੇ ਸੀਕੈਂਟ ਥੀਟਾ ਦੀ ਵੈਲਿਊ ਕੀ ਆ ਗਈ ਇਹ ਆ ਗਿਆ ਅੰਡਰ ਰੂਟ ਆਫ 1 प्लस tan ਸਕੁਏਅਰ ਥੀਟਾ ਹੁਣ ਜੇ ਮੈਂ tan ਦੀ ਕੱਢਣੀ ਹੋਵੇ ਮਾਈਨਸ ਆਫ tan ਸਕੁਏਅਰ ਥੀਟਾ अच्छा चलो माइनस ऑफ tan ਸਕੁਏਅਰ ਥੀਟਾ ਦੀ ਵੈਲਿਊ ਮੇਰੀ ਕੀ ਆ ਰਹੀ ਹੈ 1 ਇਹ ਸੀਕੈਂਟ ਸਕੁਏਅਰ ਦੂਜੇ ਪਾਸੇ ਗਿਆ ਇਹ ਆ ਗਿਆ ਸੀਕੈਂਟ ਸਕੁਏਅਰ ਥੀਟਾ ਤੇ ਮਾਈਨਸ ਜਿਹੜੇ ਹੈਗੇ ਦੋਵੇਂ ਸਾਈਡ ਤੋਂ ਕਾਮਨ ਲੈ ਲਈਏ ਤੇ ਕੱਟ ਲਈਏ ਤੇ ਕੀ ਬਣ ਜਾਏਗਾ ਸਾਡੇ ਕੋਲ ਬਚੇਗਾ tan ਸਕੁਏਅਰ ਥੀਟਾ ਇਹ ਕਿਹਦੇ ਬਰਾਬਰ ਆ ਜਾਏਗਾ ਸੀਕੈਂਟ ਸਕੁਏਅਰ ਥੀਟਾ ਮਾਈਨਸ ਆਫ 1 ਉਸੇ ਤਰ੍ਹਾਂ ਜਦੋਂ tan ਥੀਟਾ ਕਰੋਗੇ ਤੁਸੀਂ ਇਸ ਪਾਸੇ ਸਕੁਏਅਰ ਰੂਟ ਕੱਟ ਜਾਏਗਾ ਉਹ ਦੂਜੇ ਪਾਸੇ ਇਹਦਾ ਸਕੁਏਅਰ रूट बन जाएगा सॉरी इतने स्क्वेयर कट जाएगा दूजे पासे जाके स्क्वेयर रूट बन जाएगा ठीक है जी आ डिफरेंट ਜਿਹੜੀਆਂ ਤੁਹਾਡੀਆਂ ਹੈਗੀਆਂ ਆ ਇਕੁਏਸ਼ਨਸ ਜਿਹੜੀਆਂ ਆਪਾਂ ਬਣਾਈਆਂ ਇਹਨੂੰ ਆਪਾਂ ਕੀ ਕਹਿੰਦੇ ਹੈਗੇ ਟ੍ਰਿਗਨੋਮੈਟ੍ਰਿਕ ਆਈਡੈਂਟੀਟੀਜ਼ ਠੀਕ ਹੈ ਜੀ ਤੇ ਇਹਦੇ ਬੇਸ ਤੇ ਹੁਣ ਅਸੀਂ ਕੁਝ ਕੁਐਸਚਨਸ ਕਰਨੇ ਹੈਗੇ ਆ ਪਹਿਲਾ ਕੁਐਸਚਨ ਹੈਗਾ ਬੱਚਿਓ cos ਕੋਸਿਕੈਂਟ ਥੀਟਾ ਮਾਈਨਸ cot ਥੀਟਾ ਦਾ ਸਕੁਏਅਰ ठीक है जी आप हम लैफ्ट हैंड साइड तो लैके चलांगे साडी लैफ्ट हैंड साइड की हैगी आ कोसिकेंट थीटा माइनस ऑफ कॉट थीटा द स्क्वेयर ठीक है जी अगे असी की करना है कोसिकेंट की वैल्यू चेंज करेंगे कोसिकेंट मैं लिख सकती 1 ओवर साइन थीटा माइनस कॉट थीटा मैं लिख सकती हाँ 1 ओवर नहीं कॉट थीटा मैं लिख सकती हाँ कॉट थीटा होएगा ऑपोजिट ऑफ टैन तो टैन होंदा साइन ओवर कॉस तो कॉट होएगा कॉस थीटा ओवर साइन थीटा ਇਹਦਾ ਆਪਾਂ करना हैगा स्क्वेयर ठीक है जी इस तो अगे मैं इत्थे करन लगी आ साइन थीटा ਇਹਦਾ मैं एलसीएम लैके इनू कॉमन रख लिया ऊपर मेरी की आ गई 1 माइनस ऑफ कॉस ऑफ थीटा द स्क्वेयर ठीक है तो इस तो अगे मैं इत्थे करन लगी आ 1 माइनस कॉस थीटा ਇਹਦਾ ਸਕੁਏਅਰ ਉੱਪਰ ਕਰ ਲਿਆ ਜਿਹੜਾ ਆ ਸਕੁਏਅਰ ਸੀਗਾ ਉਹ ਸਾइन ਦੇ ਨਾਲ ਮੈਂ ਵੱਖਰਾ ਲਗਾਤਾ ਸਾइन ਸਕੁਏਅਰ ਥੀਟਾ ਉੱਪਰ ਵਾਲੀ ਵੈਲਿਊ ਮੈਂ ਚੇਂਜ ਕਰੂੰਗੀ ਹੁਣ a - b ਦਾ ਵਰਗ ਜਿਹੜਾ ਹੈਗਾ ਉਹ ਵੈਲਿਊ ਪੁੱਟ ਕਰਨ ਲੱਗੀ a ਦਾ ਵਰਗ ਜੋੜ b ਦਾ ਵਰਗ ਮਾਈਨਸ 2a ਤੇ b ਉਹ ਮੈਂ ਫਾਰਮੂਲਾ ਇੱਥੇ ਪੁੱਟ ਕਰਤਾ ਸਾइन ਸਕੁਏਅਰ ਥੀਟਾ ਨੂੰ ਮੈਂ ਲਿਖ ਸਕਦੀ ਬੱਚਿਓ 1 ਮਾਈਨਸ ਆਫ cos ਸਕੁਏਅਰ ਥੀਟਾ ਉਸ ਤੋਂ ਬਾਅਦ 1 माइनस कॉस अच्छा इनू आप इत्थे ना चेंज करिए जरा आप एक स्टैप बैक आइए ये कॉस थीटा दा स्क्वेयर ही रहती है तो नीचे वाली रकम नू चेंज करके देखिए जरा 1 माइनस ऑफ कॉस स्क्वेयर थीटा ठीक है जी हुण इत्थे देखना कॉस थीटा दा बार स्क्वेयर हैगा इत्थे कॉस दा स्क्वेयर है ठीक है हम इनू अगे किद्दां चेंज करके 1 हुण ये हैगा 1 प्लस कॉस द स्क्वेयर इट मीनस मैं 1 प्लस कॉस थीटा 2 बारी मल्टीप्लाई कर दिनी है इनू मैं की कीता 2 बारी मल्टीप्लाई करता हुण नीचे हैगा 1 माइनस कॉस स्क्वेयर थीटा ਇਹਦਾ मतलब ए स्क्वेयर माइनस बी स्क्वेयर का फॉर्मूला लग सकता है ये मेरा मैं लिख लिया एक बारी 1 माइनस कॉस थीटा एक बारी मैं लिख लिया 1 प्लस कॉस थीटा ठीक है जी 1 प्लस कॉस थीटा मेरा दोवें पासे कटिया गया तो ये मेरा की आ गया 1 प्लस कॉस थीटा ओवर 1 माइनस कॉस थीटा ठीक है जी तो आ देख लिए कि बराबर हैगा ये मेरे RHS के बराबर हैगा ये मेरा RHS के की आ गया बराबर सो मेरा लैफ्ट हैंड साइड जोड़ा है मेरा राइट हैंड साइड के बराबर आ गया ये चीज़ मैं इतों प्रूफ कर दी है नैक्सट क्वेश्चन हैगा साडा साइन ए प्लस कॉस ए द स्क्वेयर देखो जिथे थीटा हैगा आ उत्थे आप एक्स भी वरत्या हैगा उत्थे आप ए भी वरत्या हैगा ठीक है ये सारे जेडे हैगे एंगल दियां ही की हैगे साइंस हैगे आ ठीक है क्वेश्चन हैगा साइन ए प्लस कोसिकेंड ए द स्क्वेयर प्लस कॉस ए प्लस सिकेंड ए द स्क्वेयर ये आप प्रूफ किहदे करना है 7 प्लस tan स्क्वेयर ए प्लस कॉट स्क्वेयर ए आप लैफ्ट हैंड साइड तो शुरू होना है ठीक है लैफ्ट हैंड साइड की हैगी आ इनू आप सॉल्व करना साइन ए प्लस कोसिकेंड ए द स्क्वेयर ए प्लस बी दा स्क्वेयर असी सॉल्व कर लिए वो की आएगा पहला आ गया साइन स्क्वेयर ए ठीक है फिर आ गया प्लस कोसिकेंड स्क्वेयर ए फिर आ गया प्लस 2 साइन ए कॉस कोसिकेंड ए ये मेरी है मैं पहली इक्वेशन दा पहला पार्ट अज सॉल्व किया फिर मैं लगाऊंगी प्लस फिर मैं लिखना हैगा अगली रकम मैं
चेंज करके लिख दी ताकि पता लग जाए। ओके, कॉस ए प्लस सीकेंड ए दा स्क्वेयर वो की आ गया कॉस स्क्वेयर ए प्लस सीकेंड स्क्वेयर ए प्लस इत्थे की लिखना है 2 ऑफ कॉस ए मल्टीप्लाई ऑफ सीकेंड ए। ठीक है, हुण इत्थे अगले स्टैप च असीं की ध्यान देना है, देखो साइन ए जिहड़ा हैगा है वो 1 ऑफ कोसीकेंड ए हुंदा है, असीं कोसीकेंड नूं 1 ओवर साइन कर दांगे। अगले स्टैप दे विच साइन स्क्वेयर ए रखिया प्लस कोसीकेंड स्क्वेयर ए प्लस 2 जिहड़ा साइन ए सीगा ते उहदे नाल जिहड़ा मल्टीप्लाइड हैगा कोसीकेंड ए उहनूं की कर दो तुसीं 1 ऑफ साइन ए कर दो। ठीक है, प्लस कॉस स्क्वेयर ए दा कॉस स्क्वेयर ए प्लस सीकेंड स्क्वेयर ए दा सीकेंड स्क्वेयर ए प्लस हुण आ जिहड़ी रकम हैगी आ इहदा असीं की करना है 2 ऑफ कॉस ए मल्टीप्लाई बाय जिहड़ा सीकेंड ए हैगा है 1 ओवर कॉस ए कर देने। असीं क्यों कीता ताकि असीं साइन दे नाल साइन कट सकीए, कॉस दे नाल असीं कॉस कट सकीए। ठीक है, अगले स्टैप दे विच देखो साइन स्क्वेयर ए ते कॉस स्क्वेयर ए इनू इकट्ठा कर लो, साइन स्क्वेयर ए प्लस कॉस स्क्वेयर ए इहदी वैल्यू मैं 1 लिखती है, ਇਹਦਾ मतलब आ दो रकमां मैं वरत लिया। ठीक है जी, आ रकम ते आ रकम मैं वरत लिया, इनू हुण असीं नहीं करना। ठीक है, अगे असीं रकम किहड़ी लिखांगे, हुण इनू ते इनू वरत लिया आपां। ठीक है जी, 2 प्लस की आ गया ए 2 मैं इत्थे लिखता क्योंकि इत्थे ते 1 बन गया सीगा, साइन नाल साइन कट गया, प्लस आ वाला 2 जिहड़ा हैगा मैं इत्थे लिखता। साडी रकम की बच गई आ, साडी आ रकम बच गई आ ते साडी आ रकम बच गई, जिन्हों मैं हुण इदां ही लिखण लगी हाँ। रुको जरा थोड़े जा मैं कि तुहानूं समझ आ जाए। ओके, प्लस ऑफ कोसीकेंड स्क्वेयर ए प्लस ऑफ सीकेंड स्क्वेयर ए। ठीक है जी, इत्थों तक साडा की बन गया 2 च 2 जोड़े 4, 4 च 1 जोड़िया 5, 5 प्लस कोसीकेंड स्क्वेयर ए दी वैल्यू हुण असीं चेंज करांगे, ये वैल्यू आउंदी हैगी आ 1 प्लस कॉट स्क्वेयर ए ते सीकेंड स्क्वेयर ए दी वैल्यू हैगी बच्चिओ साडे कोल 1 प्लस टैन स्क्वेयर ए। आ दोवें हुणे हुणे आपां ट्रिग्नोमैट्रिक आइडेंटिटीज़ करके हटे हैं। ठीक है, ओके, हुण असीं की करना हैगा 5 च 1 जोड़िया 6, 6 च 1 जोड़िया की आ गया 7 प्लस कॉट स्क्वेयर ए, कॉट तो पहला आपां टैन लिखांगे क्योंकि क्वेश्चन च टैन लिखिया हैगा है। ठीक है, प्लस टैन स्क्वेयर ए प्लस फिर की आ गया कॉट स्क्वेयर ए। हुण यह चीज़ मेरी किहदे बराबर आ गई, RHS के बराबर आ गई। ਇਹਦਾ मतलब ਜਿਹੜਾ मेरा साइन ए प्लस कोसीकेंड ए दा स्क्वेयर हैगा प्लस कॉस ए प्लस सीकेंड ए दा स्क्वेयर हैगा, ਇਹਦੀ वैल्यू ਜਿਹੜੀ मेरी हैगी किहदे बराबर आ रही 7 प्लस टैन स्क्वेयर ए प्लस कॉट स्क्वेयर ए। ठीक है जी, समझ आ गया। ये 2 ही क्वेश्चन असीं असाइनमेंट च करने सीगे, नाल ही असीं ਜਿਹੜੀ हैगी अपनी असाइनमेंट ਦੇ ਵਿੱਚ ਜਿਹੜੇ ਸਾਡੇ 2 क्वेश्चन हैगे बच्चे ਉਹਨੂੰ ਆਪਾਂ ਜ਼ਰੂਰ सॉल्व करना आ। ਕਹਿੰਦੇ the roots of the quadratic equation are real and equal, real and unequal, not real and equal। हुण मेरे को इंग्लिश वाली खोल गई है, चलो मैं नाल दी नाल एक बार पंजाबी वाली खोल के दिखाता, नाल ही मैं इंग्लिश च दस दूँगी की हैगा पंजाबी वाली। ओके, 2 घाती समीकरण है, ये मूल किद्दां दे होणगे, मैं तुहानूं पहलां दस्सिया सीगा कि उहदे लई असीं डिस्क्रिमिनेंट पता करांगे। डिस्क्रिमिनेंट की वैल्यू हैगी b² माइनस 4ac, उहदे विच असीं वैल्यूज़ पुट करके d की वैल्यू कड्ढी, d की वैल्यू मेरी आ रही हैगी माइनस ऑफ 84। बच्चों माइनस जदों लग्गिया तो वह वैल्यू मेरी हमेशा 0 तो घट होएगी, तो जदों मेरा डिस्क्रिमिनेंट हैगा है जे उहदी वैल्यू 0 तो घट होवे तो वह की हुंदे आ, वो मूल जिहड़े हैगे आ वो रियल नहीं हुंदे, वो वास्तविक नहीं हुंदे। ठीक है, क्वेश्चन नंबर दूजा की हैगा, दिते गए आंकड़े जिहड़े हैगे इहदे विच असीं मदिका पता करनी। बच्चिओ मदिका नूं इंग्लिश च कहंदे हैगे मीडियन, ते ध्यान देना जदों भी तुसीं मीडियन पता करना हैगा तुसीं सब तो पहला अपने डाटा नूं अरेंज जरूर करना। हुण इत्थे आपां देखांगे कि जिहड़ा साडा डाटा हैगा ऑलरेडी अरेंजड हैगा, अरेंजड मतलब वो वधदे क्रम च ऑलरेडी दिता है, तुसीं घटदे च भी कर सकदे हो वधदे च भी कर सकदे हो। 13 15 16 17 19 20। ठीक है, ये वध रहा आ, 13 तो वड्डी रकम 15, 15 तो वड्डी 16। हुण की करना आ, हुण असीं की करांगे दोवें पासे तो साइड्स कटांगे, 13 दे नाल 20 कट के 15 दे नाल 19 कट के जिहड़े 2 साडे बच गए 16 ते 17, इन्हां दोवां दा असीं की लवांगे मीन लवांगे। 16 च 17 जोड़ के ਇਹਦਾ बटा 2 कर देना, 16 च 17 जोड़े वो की आ गया 32, 32 बटा 2 की आ गया 16.5, 16.5 ਜਿਹੜਾ ਹੈਗਾ ਸਾਡਾ आंसर हो गया। ਇਹਦੇ ਨਾਲ ਹੀ ਸਾਡੀ ਅਸਾਈਨਮੈਂਟ ਕੰਪਲੀਟ ਹੋ ਗਈ ਹੈ, ਤੇ ਤੁਸੀਂ ਸਾਰੇ ਬੱਚੇ ਜ਼ਰੂਰ ਆਪਣੀ ਕਾਪੀ ਦੇ ਨਾਲ ਦੀ ਨਾਲ ਨੋਟ ਕਰਿਆ ਕਰੋ ਤੇ ਆਪਣੇ ਟੀਚਰਸ ਨੂੰ ਪੁੱਛ ਲਿਆ ਕਰੋ ਜੇ ਤੁਹਾਡੀ ਕੋਈ ਡਾਊਟ ਹੁੰਦੀ ਹੈ। ਓਕੇ ਸਟੂਡੈਂਟਸ।